ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਕੱਲ ਦੇ ਲੈਸਨ 1 ਦੇ ਵਿੱਚ ਅਸੀਂ ਰੀਅਲ ਨੰਬਰਸ ਜਿਹੜਾ ਸਾਡੇ ਕੋਲ ਚੈਪਟਰ ਹੈਗਾ ਵਾਸਤਵਿਕ ਸੰਖਿਆਵਾਂ 10ਵੀਂ ਕਲਾਸ ਦਾ, ਉਹਦੇ ਵਿੱਚ ਅਭਿਆਸ 1 ਦੇ ਜਿਹੜੇ ਪਹਿਲਾ ਸਭ ਤੋਂ ਕੁਐਸਚਨ ਸੀਗਾ ਉਹ ਅਸੀਂ ਕੀਤਾ ਸੀਗਾ ਕਿ ਯੂਕਲਿਡ 1 ਐਲਗੋਰਿਥਮ ਦੇ ਨਾਲ ਆਪਾਂ ਕਿਵੇਂ ਦੋ ਸੰਖਿਆਵਾਂ ਦਾ ਮਮਾ ਸਵਾਵਾ HCF ਜਿਹੜਾ ਉਹ ਪਤਾ ਕਰ ਸਕਦੇ ਹਾਂ। ਠੀਕ ਹੈ, ਅੱਜ ਅਸੀਂ ਇਸ ਲੈਸਨ ਵਿੱਚ ਐਕਸਰਸਾਈਜ਼ 1 ਦੇ ਐਕਸਰਸਾਈਜ਼ 1.1 ਦੇ ਜਿਹੜੇ ਅਗਲੇ ਸਾਡੇ ਕੋਲ ਕੁਐਸਚਨ ਹੈਗੇ ਆ, ਅਗਲੇ ਸਵਾਲ ਨੇ ਸਾਡੇ ਕੋਲ, ਉਹ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹਦੇ ਵਿੱਚ ਸਾਡੇ ਕੋਲ ਜਿਹੜਾ ਕੱਲ ਅਸੀਂ ਪਹਿਲੇ ਸਵਾਲ ਦੇ ਤਿੰਨੋਂ ਪਾਰਟਸ ਕਰ ਲਏ ਸੀ। ਇੱਕ ਪਾਰਟ ਮੈਂ ਕਰਵਾਇਆ ਸੀਗਾ, ਦੋ ਕੁਐਸਚਨਸ ਇਹਦੇ ਵਿੱਚ ਮੈਂ ਕਰਵਾਏ ਸੀਗੇ ਤੇ ਦੋ ਕੁਐਸਚਨ ਤੁਹਾਨੂੰ ਸੋਲਵ ਕਰਨ ਵਾਸਤੇ ਕਿਹਾ ਸੀ ਤੇ ਮੈਨੂੰ ਆਸ ਹੈ ਕਿ ਉਹ ਤੁਹਾਡੇ ਹੱਲ ਹੋ ਗਏ ਹੋਣਗੇ। ਕੁਝ ਬੱਚਿਆਂ ਨੇ ਮੈਨੂੰ ਆਨਸਰਸ ਵੀ ਭੇਜੇ ਨੇ। ਇਸ ਤੋਂ ਬਾਅਦ ਜਿਹੜਾ ਦੂਸਰਾ ਕੁਐਸਚਨ ਹੈ ਉਸ ਤੋਂ ਪਹਿਲਾਂ ਅਸੀਂ ਤੀਸਰਾ ਕੁਐਸਚਨ ਜਿਹੜਾ ਉਹ ਕਰਾਂਗੇ, ਕਿਉਂਕਿ ਤੀਸਰਾ ਕੁਐਸਚਨ ਬਿਲਕੁਲ ਪਹਿਲੇ ਦੀ ਤਰ੍ਹਾਂ ਦਾ ਹੀ ਹੈ। ਤੀਸਰੇ ਕੁਐਸਚਨ ਦੀ ਜਿਹੜੀ ਸਾਡੇ ਕੋਲ ਸਟੇਟਮੈਂਟ ਹੈ ਤੀਜੇ ਸਵਾਲ ਦੀ, ਉਹ ਹੈ ਕਿ ਕਿਸੇ ਪਰੇਡ ਵਿੱਚ 616 ਆਦਮੀਆਂ ਵਾਲੀ ਇੱਕ ਸੈਨਾ ਆਰਮੀ ਦੀ ਟੁਕੜੀ ਨੇ 32 ਆਦਮੀਆਂ ਵਾਲੇ ਇੱਕ ਸੈਨਾ ਬੈਂਡ ਦੇ ਪਿੱਛੇ ਮਾਰਚ ਕਰਨਾ ਹੈ। ਸੋ ਇਹਨਾਂ ਦੋਨਾਂ ਸਮੂਹਾਂ ਨੇ ਬਰਾਬਰ ਗਿਣਤੀ ਵਾਲੇ ਸਤੰਭਾਂ ਵਿੱਚ ਮਾਰਚ ਕਰਨਾ ਹੈ। ਅਸੀਂ ਦੱਸਣਾ ਹੈ ਕਿ ਉਹ ਸਤੰਭਾਂ ਦੀ ਗਿਣਤੀ ਜਿਹੜੀ ਹੈ ਉਹ ਕਿੰਨੀ ਹੋ ਸਕਦੀ ਹੈ, ਵੱਧ ਤੋਂ ਵੱਧ ਕਿੰਨੀ ਹੋ ਸਕਦੀ ਹੈ। तो बहुत ही सौखा, जिवें असीं कल सिੱਖਿਆ ਸੀਗਾ कि किवें असीं दो संख्यावां दा मम्मा सा वावा पता कर सकते हैं, ਇਹਦੇ ਵਿੱਚ ਵੀ ਆਪਾਂ ਉਸੇ ਢੰਗ ਦੇ ਨਾਲ ਕਰਨਾ ਹੈ। ਇਹਦੇ 'ਚ ਜਿਹੜੀਆਂ ਸਾਡੇ ਕੋਲ ਦੋ ਸੰਖਿਆਵਾਂ ਨੇ ਉਹ ਇੱਕ 616 ਹੈ ਤੇ ਇੱਕ ਸਾਡੇ ਕੋਲ ਜਿਹੜੀ ਸੰਖਿਆ ਹੈ ਉਹ ਸਾਡੇ ਕੋਲ 32 ਹੈ। ਠੀਕ ਹੈ, 616 ਤੇ 32 ਨੂੰ ਦੋਨਾਂ ਨੂੰ ਹੱਲ ਕਰਕੇ ਤੁਸੀਂ ਦੋਨਾਂ ਦਾ HCF ਜਿਹੜਾ ਉਹ ਪਤਾ ਕਰ ਦਿਓ, ਮम्मा सा वावा पता कर ਦਿਓ। तो जिन्ना ਤੁਹਾਡੇ ਕੋਲ ਆਨਸਰ ਆਏਗਾ ਉਹ ਹੀ ਸਾਡੇ ਕੋਲ ਇਸ ਕੁਐਸਚਨ ਦਾ ਆਨਸਰ ਹੋਏਗਾ। ਉਨੇ ਹੀ ਸਤੰਭ ਜਿਹੜੇ ਆ ਉਹਨਾਂ ਦੀ ਗਿਣਤੀ ਵੱਧ ਤੋਂ ਵੱਧ ਜਿਹੜੀ ਆ ਉਹ ਹੋ ਸਕਦੀ ਹੈ। ਇਹ ਕੁਐਸਚਨ ਅੱਜ ਆਪਾਂ ਕਰਾਂਗੇ ਨਹੀਂ, ਇਹਦਾ ਥੋੜਾ ਜਿਹਾ ਹਿੰਟ ਮੈਂ ਤੁਹਾਨੂੰ ਦੇ ਦਿੱਤਾ, ਇਹ ਤੁਸੀਂ ਆਪਣੇ ਆਪ ਕਰੋਗੇ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਹੁਣ ਕੁਐਸਚਨ ਸੈਕੰਡ ਹੈ ਜਿਹੜਾ ਦੂਜਾ ਸਵਾਲ ਹੈ ਉਹ ਕਰਾਂਗੇ। ਦੂਜੇ ਸਵਾਲ ਦੀ ਜਿਹੜੀ ਸਟੇਟਮੈਂਟ ਹੈ ਸਾਡੇ ਕੋਲ ਰਕਮ ਹੈ ਉਹ ਹੈ ਕਿ ਦਿਖਾਓ ਕਿ ਕੋਈ ਵੀ ਧਨਾਤਮਕ ਟਾਂਕ ਸੰਪੂਰਨ ਸੰਖਿਆ 6q/1 ਜਾਂ 6q/3 ਜਾਂ 6q/5 ਦੇ ਰੂਪ ਦੀ ਹੁੰਦੀ ਹੈ ਜਿੱਥੇ q ਕੋਈ संपूर्ण संख्या है। तो आओ इनू असी देखते हैं, इनू असी किवें हल करना है, किवें असी इनू सिद्ध करना है। इस क्वेश्चन नू समझण लई सब तो पहला आपां थोड़ा जिहा टांक संख्या ते जिस संख्या उन्हां दे जिहड़े रूप है उन्हू असी किवें लिख सकदे हां तोड़ के, ਉਹਦੇ ਬਾਰੇ ਆਪਾਂ ਸਮਝਾਂਗੇ, ਉਹਦੇ ਬਾਰੇ ਜਾਣਾਂਗੇ। ਫਿਰ ਉਸ ਤੋਂ ਬਾਅਦ ਅਸੀਂ ਕੁਐਸਚਨ ਜਿਹੜਾ ਉਹ ਕਰਾਂਗੇ। ਠੀਕ ਹੈ, ਹੁਣ ਸਭ ਤੋਂ ਪਹਿਲਾਂ ਜਿਵੇਂ ਜਿਸ ਸੰਖਿਆ ਸਾਡੇ ਕੋਲ ਕੋਈ ਵੀ ਅਗਰ ਜਿਸ ਸੰਖਿਆ ਹੈ ਉਹਨੂੰ ਆਪਾਂ ਕਿਵੇਂ ਤੋੜ ਸਕਦੇ ਹਾਂ, ਉਹਦੀ ਰੂਪ ਉਹਦਾ ਕਿਵੇਂ ਦਾ ਹੁੰਦਾ ਹੈ, ਕਿਵੇਂ ਸਾਨੂੰ ਪਤਾ ਲੱਗਦਾ ਹੈ ਕਿ ਜਿਸ ਸੰਖਿਆ ਹੋਏਗੀ ਜਾਂ ਨਹੀਂ ਹੋਏਗੀ। ਠੀਕ ਹੈ, ਮੰਨ ਲਓ ਮੈਂ ਸਭ ਤੋਂ ਪਹਿਲਾਂ ਇੱਕ ਜਿਸ ਸੰਖਿਆ ਲਈ ਹੈ 16। तो 16 ਨੂੰ ਅਗਰ ਮੈਂ ਦੇਖਾਂ ਤਾਂ 2 ਦੇ ਨਾਲ ਇਹ 16 ਭਾਗ ਹੋਏਗਾ, ਕਿਉਂਕਿ ਕੋਈ ਵੀ ਜਿਸ ਸੰਖਿਆ ਜਿਹੜੀ ਹੈ ਉਹ 2 ਦੇ ਨਾਲ ਭਾਗਯੋਗ ਹੁੰਦੀ ਹੈ, ਡਿਵੀਜ਼ੀਬਲ ਹੁੰਦੀ ਹੈ। तो 16 ਨੂੰ ਅਸੀਂ ਲਿਖ ਸਕਦੇ ਹਾਂ 2 गुणा 8। ठीक है, या 2 ब्रैकेट ਦੇ ਵਿੱਚ ਮੈਂ 8 ਜਿਹੜਾ ਇੱਥੇ ਪਾ ਸਕਦਾ। ਠੀਕ ਹੈ, ਇਸ ਤੋਂ ਬਾਅਦ ਕੋਈ ਹੋਰ ਜਿਸ ਸੰਖਿਆ ਜਿਵੇਂ 52 ਹੈ, ਇਹਨੂੰ ਆਪਾਂ ਲਿਖ ਸਕਦੇ ਹਾਂ 2 ਗੁਣਾ 26। ਹੋਰ ਕੋਈ 100 ਹੈ ਜਿਹੜੀ ਜਿਸ ਸੰਖਿਆ ਹੈ, ਇਹਨੂੰ ਆਪਾਂ ਲਿਖ ਸਕਦੇ ਹਾਂ 2 ਗੁਣਾ 50। 104 ਹੈ, ਇਹਨੂੰ ਆਪਾਂ ਲਿਖ ਸਕਦੇ ਹਾਂ 2 ਗੁਣਾ 52। ठीक है जी। 18 है मेरे कोल, इनू मैं लिख सकदा 2 गुणा 9। ठीक है, तो असी देखिया कि कोई भी अगर साडे कोल जिस संख्या है तो उस संख्या दे विचों असी 2 जिहड़ा एक गुणनखंड जरूर प्राप्त कर सकते हैं और उस संख्या नू 2 गुणा नाल कुछ ना कुछ होर नंबर साडे कोल आएगा, इस फॉर्म दे विच आपां लिख सकते हैं। तो इहदे तो सानू ये पता लगता है कि कोई भी जिस संख्या अगर साडे कोल है तो उहनू असी तोड़ के, अगर मेरे कोल a कोई जिस संख्या है तो इनू मैं 2 गुणा m इस ढंग नाल इनू लिख सकदा। कोई भी संख्या जिहड़ी जिस है उन्होंने इस ढंग दे नाल लिखिया जा सकता है, 2 नू अलग करके, नाल कोई ना कोई संख्या मेरे कोई भी संख्या जिहड़ी आ जाएगी पर 2 दे च जरूर आएगा। ठीक है, इस तो बाद जेकर कोई भी टांक संख्या है तो टांक संख्या नू आपां किवें लिख सकते हैं, जिद्दां 5 अगर मेरे कोल है तो 5 टांक संख्या है, पर टांक संख्या जिहड़ी है वो 2 दे नाल भाजयोग नहीं है। ਜਦੋਂ ਅਸੀਂ 5 ਨੂੰ ਜਾਂ ਕਿਸੇ ਵੀ ਟਾਂਕ ਸੰਖਿਆ ਨੂੰ 2 ਨਾਲ ਡਿਵਾਈਡ ਕਰਾਂਗੇ, 2 ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ ਬਾਕੀ ਜਿਹੜਾ ਉਹ ਹਮੇਸ਼ਾ 1 ਬਚੇਗਾ। ਉਹ ਜਿਹੜਾ 1 ਬਾਕੀ ਅਗਰ ਮੈਂ ਉਹਨੂੰ ਅਲੱਗ ਕਰ ਲਾਂ ਤਾਂ ਇਹਨੂੰ ਮੈਂ ਲਿਖ ਸਕਦਾ 4/1। ਠੀਕ ਹੈ, तो 4 ਨੂੰ ਕਿਉਂਕਿ ਇਹ ਜਿਸ ਸੰਖਿਆ ਹੈ ਇਹਨੂੰ ਫਿਰ ਆਪਾਂ 2 ਗੁਣਾ 2 ਜਮਾ 1 ਦੀ ਫਾਰਮ ਦੇ ਵਿੱਚ ਉਹਦਾ ਲਿਖ ਸਕਦੇ ਹਾਂ।
ਇਸੇ ਢੰਗ ਨਾਲ ਕੋਈ ਹੋਰ ਟਾਂਕ ਸੰਖਿਆ ਅਗਰ ਮੈਂ 17 ਲੈ ਲਾਂ तो 17 ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਇਹ ਵੀ ਟਾਂਕ ਸੰਖਿਆ ਹੈ ਤਾਂ ਇਹ 2 ਨਾਲ ਭਾਜਯੋਗ ਨਹੀਂ ਹੋਏਗੀ। ਇਹਦੇ ਵਿੱਚ ਵੀ ਸਾਡੇ ਕੋਲ ਬਾਕੀ ਜਿਹੜਾ ਇੱਕ ਬਚੇਗਾ, ਜਦੋਂ ਅਸੀਂ ਉਹਨੂੰ 2 ਨਾਲ ਭਾਗ ਕਰਾਂਗੇ ਤਾਂ ਇਹਦੇ ਵਿੱਚ ਵੀ ਇੱਕ ਨੂੰ ਮੈਂ ਅਗਰ ਅਲੱਗ ਕਰ ਲਾਂ ਤਾਂ ਬਾਕੀ ਮੇਰੇ ਕੋਲ ਬਚੇਗਾ 16। 16 ਜਮਾ 1 17 ਨੂੰ ਲਿਖਿਆ ਜਾ ਸਕਦਾ ਹੈ। 16 ਨੂੰ ਫਿਰ ਮੈਂ ਲਿਖ ਸਕਦਾ 2 ਗੁਣਾ 8 ਜਮਾ 1, ਕਿਉਂਕਿ 16 ਜਿਸ ਸੰਖਿਆ ਹੈ ਤਾਂ ਉਹਨੂੰ 2 ਗੁਣਾ 8 ਲਿਖਿਆ ਜਾ ਸਕਦਾ ਹੈ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਆਏ ਹਾਂ। ਇਸੇ ਢੰਗ ਨਾਲ ਕੋਈ ਹੋਰ ਸੰਖਿਆ 35 ਆਪਾਂ ਲੈ ਲੈਂਦੇ ਹਾਂ। 35 ਨੂੰ ਆਪਾਂ ਲਿਖ ਸਕਦੇ ਹਾਂ 34 ਜਮਾ 1, ਤੇ 34 ਨੂੰ ਅੱਗੇ ਤੋੜ ਕੇ ਲਿਖ ਸਕਦੇ ਹਾਂ 2 ਗੁਣਾ 17 ਜਮਾ 1। ਠੀਕ ਹੈ, तो ਅਸੀਂ ਕੀ ਦੇਖਦੇ ਹਾਂ ਕਿ ਕੋਈ ਵੀ ਜਿਹੜੀ ਟਾਂਕ ਸੰਖਿਆ ਹੈ ਉਹਨੂੰ ਆਪਾਂ ਲਿਖ ਸਕਦੇ ਹਾਂ ਤੋੜ ਕੇ 2 ਗੁਣਾ ਕੋਈ ਨੰਬਰ ਆ ਜਾਏਗਾ, ਸਾਡੇ ਕੋਲ ਕੋਈ ਵੀ ਸੰਖਿਆ ਸੰਪੂਰਨ ਸੰਖਿਆ ਆ ਜਾਏਗੀ +1 ਆਏਗਾ। ਠੀਕ ਹੈ, ਜਿਵੇਂ ਇੱਥੇ 2 + 2 × 2 +1 ਹੈ, ਇਹਦੇ ਚ 2 ਗੁਣਾ 8 ਜਮਾ 1 ਹੈ, ਇਹਦੇ ਚ 2 ਗੁਣਾ 17 ਜਮਾ 1 ਹੈ। ਇਸੇ ਢੰਗ ਨਾਲ ਕੋਈ ਵੀ ਅਗਰ ਮੇਰੇ ਕੋਲ ਟਾਂਕ ਸੰਖਿਆ ਭਾਵ b ਹੈ ਤਾਂ ਉਹਨੂੰ ਮੈਂ 2m + 1 ਦੀ ਫਾਰਮ ਦੇ ਵਿੱਚ ਇਸ ਰੂਪ ਦੇ ਵਿੱਚ ਉਹਨੂੰ ਲਿਖ ਸਕਦਾ, ਜਿੱਥੇ m ਕੋਈ ਵੀ ਸੰਪੂਰਨ ਸੰਖਿਆ ਉਸ ਨੰਬਰ ਦੇ ਹਿਸਾਬ ਦੇ ਨਾਲ ਹੋ ਸਕਦੀ ਹੈ। ਠੀਕ ਹੈ, ਤਾਂ ਇਹਦੇ ਚ ਜਿਹੜੀ ਮੇਨ ਚੀਜ਼ ਆਪਾਂ ਸਮਝਣੀ ਸੀ ਉਹ ਇਹ ਸੀ ਕਿ ਕਿਸੇ ਵੀ ਟਾਂਕ ਸੰਖਿਆ ਨੂੰ 2m + 1 ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਔਰ ਕਿਸੇ ਵੀ ਜਿਸ ਸੰਖਿਆ ਨੂੰ 2m ਦੇ ਰੂਪ ਦੇ ਵਿੱਚ ਲਿਖਿਆ ਜਾ ਸਕਦਾ ਹੈ ਤੋੜ ਕੇ। ਠੀਕ ਹੈ, m ਜਿਹੜਾ ਹੈ ਉਹ ਨੰਬਰ ਤੇ ਡਿਪੈਂਡ ਕਰੇਗਾ ਕਿ m ਦੀ ਜਿਹੜੀ ਕੀਮਤ ਕੀ ਆਏਗੀ, ਕਿਉਂਕਿ ਜਿਵੇਂ 18 ਦੀ ਕੇਸ ਦੇ ਵਿੱਚ m ਸਾਡੇ ਕੋਲ 9 ਸੀਗਾ, 104 ਦੇ ਕੇਸ ਦੇ ਵਿੱਚ m ਜਿਹੜਾ ਸੀ ਉਹ ਸਾਡੇ ਕੋਲ 52 ਸੀ, 100 ਦੇ ਕੇਸ ਵਿੱਚ m ਜਿਹੜਾ ਸਾਡੇ ਕੋਲ 50 ਸੀ। ਇਸੇ ਤਰ੍ਹਾਂ ਇੱਧਰ ਵੀ 35 ਦੇ ਕੇਸ 'ਚ m ਸਾਡੇ ਕੋਲ 17 ਹੋ ਗਿਆ, 17 ਦੇ ਕੇਸ 'ਚ m ਜਿਹੜਾ ਸਾਡੇ ਕੋਲ 8 ਹੋ ਗਿਆ। ਠੀਕ ਹੈ, m ਦੀ ਜਿਹੜੀ ਕੀਮਤ ਹੈ ਉਹ b ਤੇ ਡਿਪੈਂਡ ਕਰੇਗੀ ਜਾਂ a ਤੇ ਡਿਪੈਂਡ ਕਰੇਗੀ, ਪਰ ਉਹਦੀ ਫਾਰਮੈਟ ਜਿਹੜਾ ਹੈ ਨੰਬਰ ਦਾ ਉਹ ਇਸ ਢੰਗ ਦਾ ਹੀ ਬਣੇਗਾ। ਇਹਨੂੰ ਅਸੀਂ ਇਦਾਂ ਵੀ ਕਹਿ ਸਕਦੇ ਹਾਂ ਕਿ ਕੋਈ ਵੀ ਨੰਬਰ ਅਗਰ ਸਾਡੇ ਕੋਲ 2m + 1 ਦੀ ਫਾਰਮ ਦੇ ਵਿੱਚ ਇਸ ਰੂਪ ਦੇ ਵਿੱਚ ਲਿਖਿਆ ਜਾ ਸਕਦਾ ਹੋਵੇ, ਉਹ ਜਿਹੜਾ ਨੰਬਰ ਹੈ ਉਹ ਸਾਡੇ ਕੋਲ ਹਮੇਸ਼ਾ ਟਾਂਕ ਸੰਖਿਆ ਹੁੰਦਾ ਹੈ, ਉਹ ਸੰਖਿਆ ਟਾਂਕ ਸੰਖਿਆ ਹੁੰਦੀ ਹੈ। ਜਾਂ ਕਿਸੇ ਵੀ ਸੰਖਿਆ ਨੂੰ ਅਗਰ 2m ਦੀ ਫਾਰਮ ਦੇ ਵਿੱਚ ਇਸ ਰੂਪ 'ਚ ਲਿਖਿਆ ਜਾ ਸਕੇ ਤਾਂ ਉਹ ਜਿਹੜੀ ਸੰਖਿਆ ਹੈ ਸਾਡੇ ਕੋਲ ਉਹ ਹਮੇਸ਼ਾ ਜਿਸ ਸੰਖਿਆ ਹੁੰਦੀ ਹੈ। ਠੀਕ ਹੈ, ਤਾਂ ਟਾਂਕ ਸੰਖਿਆ ਦਾ ਰੂਪ ਤੇ ਜਿਸ ਸੰਖਿਆ ਦਾ ਰੂਪ ਸਮਝਣ ਤੋਂ ਬਾਅਦ ਹੁਣ ਅਸੀਂ ਜਿਹੜਾ ਕੁਐਸਚਨ ਦੇ ਵਿੱਚ ਜਿਹੜਾ ਸੈਕੰਡ ਕੁਐਸਚਨ ਹੈ ਹੁਣ ਅਸੀਂ ਉਹ ਦੇਖਾਂਗੇ ਕਿ ਉਹਨੂੰ ਆਪਾਂ ਕਿਵੇਂ ਹੱਲ ਕਰਨਾ ਹੈ। ਦੂਜੀ ਕੁਐਸਚਨ ਦੀ ਜਿਹੜੀ ਰਕਮ ਹੈ ਸਾਡੇ ਕੋਲ ਉਹ ਅਸੀਂ ਦੇਖ ਸਕਦੇ ਹਾਂ। ਦਿਖਾਓ ਕਿ ਕੋਈ ਵੀ ਧਨਾਤਮਕ ਟਾਂਕ ਸੰਪੂਰਨ ਸੰਖਿਆ 6q + 1 ਜਾਂ 6q + 3 ਜਾਂ 6q + 5 ਦੇ ਰੂਪ ਦੀ ਹੁੰਦੀ ਹੈ ਜਿੱਥੇ q ਕੋਈ ਸੰਪੂਰਨ ਸੰਖਿਆ ਹੈ। ਠੀਕ ਹੈ ਜੀ, ਤਾਂ ਇਹਨੂੰ ਸ਼ੁਰੂ ਕਰਨ ਦੇ ਲਈ ਆਪਾਂ ਸਭ ਤੋਂ ਪਹਿਲਾਂ ਇੱਕ ਧਨਾਤਮਕ ਟਾਂਕ ਸੰਪੂਰਨ ਸੰਖਿਆ ਜਿਹੜੀ ਉਹ ਮੰਨ ਲਵਾਂਗੇ। ਠੀਕ ਹੈ, ਮੰਨ ਲਓ x ਇੱਕ ਧਨਾਤਮਕ ਸੰਪੂਰਨ ਸੰਖਿਆ ਹੈ। ठीक है, ਇਹਦੇ ਵਿੱਚ ਜਿਹੜਾ ਧਨਾਤਮਕ ਦਾ ਮਤਲਬ ਹੈ ਕਿ ਸਾਡੇ ਕੋਲ ਸੰਖਿਆ ਜਿਹੜੀ ਉਹ ਪੋਜ਼ਿਟਿਵ ਹੋਣੀ ਚਾਹੀਦੀ ਹੈ। ਸੰਪੂਰਨ ਦਾ ਮਤਲਬ ਜਿਹੜਾ ਉਹ ਸੰਖਿਆ ਸਾਡੇ ਕੋਲ ਇੰਟੀਜਰ ਹੋਣੀ ਚਾਹੀਦੀ ਹੈ। ਠੀਕ ਹੈ, ਪੋਜ਼ਿਟਿਵ ਇੰਟੀਜਰ ਦਾ ਮਤਲਬ ਸਾਡੇ ਕੋਲ ਨੈਚੁਰਲ ਨੰਬਰ ਹੀ ਹੋ ਜਾਂਦਾ ਹੈ ਕਿ ਨੰਬਰ ਜਿਹੜਾ ਸਾਡੇ ਕੋਲ ਪ੍ਰਾਕਿਰਤਿਕ ਸੰਖਿਆ ਹੀ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਚਲੋ ਅਗਰ x ਸਾਡੇ ਕੋਲ ਧਨਾਤਮਕ ਸੰਪੂਰਨ ਸੰਖਿਆ ਹੈ, ਅੱਗੇ ਅਸੀਂ ਹੁਣ ਇਹ ਸਿੱਧ ਕਰਨਾ ਕਿ ਇਹਨੂੰ 6q + 1 ਜਾਂ 6q + 3 ਜਾਂ 6q + 5 ਦੇ ਰੂਪ ਵਿੱਚ ਹੀ ਲਿਖਿਆ ਜਾ ਸਕਦਾ ਹੈ। ਠੀਕ ਹੈ, ਹੁਣ ਅਸੀਂ x ਨੂੰ 6 ਦੇ ਨਾਲ ਜਿਹੜਾ ਭਾਗ ਕਰਾਂਗੇ। ਜਿਵੇਂ ਕੱਲ ਅਸੀਂ ਯੂਕਲਿਡ ਡਿਵੀਜ਼ਨ ਲੈਮਾ ਦੇ ਵਿੱਚ ਦੇਖਿਆ ਸੀ, ਐਲਗੋਰਿਥਮ ਦੇ ਵਿੱਚ ਦੇਖਿਆ ਸੀਗਾ ਕਿ ਅਗਰ ਸਾਡੇ ਕੋਲ ਕੋਈ ਸੰਖਿਆ a ਹੈ ਤੇ b ਹੈ, a ਅਗਰ b ਤੋਂ ਵੱਡਾ ਹੈ ਤਾਂ ਇਹਨੂੰ ਅਸੀਂ ਇਸ ਢੰਗ ਦੇ ਨਾਲ ਲਿਖ ਸਕਦੇ ਹਾਂ a = bq + r। ਠੀਕ ਹੈ, q ਤੇ r ਸਾਡੇ ਕੋਲ ਦੋ ਨੰਬਰ ਇਹਨਾਂ ਦੇ ਕੋਰਸਪੋਂਡਿੰਗ ਮਿਲ ਜਾਂਦੇ ਨੇ ਜਿਹਨੂੰ ਅਸੀਂ ਇਸ ਢੰਗ ਦੇ ਨਾਲ ਲਿਖ ਸਕਦੇ ਹਾਂ। ਇਹਦੇ ਨਾਲ ਹੀ ਇੱਕ ਕੰਡੀਸ਼ਨ ਸਾਡੇ ਕੋਲ ਇਹ ਸੀ ਕਿ ਜਿਹੜਾ r ਹੈ, r ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 0 ਦੇ ਬਰਾਬਰ ਜਾਂ 0 ਤੋਂ ਵੱਡੀ ਹੋਏਗੀ, ਪਰ b ਤੋਂ ਜਿਹੜੀ r ਦੀ ਕੀਮਤ ਉਹ ਸਾਡੇ ਕੋਲ ਹਮੇਸ਼ਾ ਛੋਟੀ ਹੋਏਗੀ। ਠੀਕ ਹੈ, ਤਾਂ x ਨੂੰ ਅਗਰ ਅਸੀਂ 6 ਦੇ ਨਾਲ ਭਾਗ ਕਰਾਂਗੇ, x ਨੂੰ 6 ਨਾਲ ਭਾਗ ਕਰਨ ਤੇ x ਨੂੰ 6 ਨਾਲ ਭਾਗ ਕਰਨ ਤੇ ਜਿਹੜੇ ਸਾਡੇ ਕੋਲ ਨਤੀਜੇ ਮਿਲ ਸਕਦੇ ਆ, ਹੁਣ ਅਸੀਂ ਉਹ ਨਤੀਜਿਆਂ ਦੇ ਬਾਬਤ ਜਿਹੜਾ ਥੋੜਾ ਜਿਹਾ ਜਾਣਾਂਗੇ। ਠੀਕ ਹੈ, ਤਾਂ x ਨੂੰ ਆਪਾਂ ਲਿਖ ਸਕਾਂਗੇ 6, ਜਿਵੇਂ
a ਨੂੰ b ਨਾਲ ਭਾਗ ਕਰਨ ਤੇ ਸਾਡੇ ਕੋਲ ਇਹ 2q ਤੇ r ਮਿਲਦੇ ਆ। ਇਸੇ ਢੰਗ ਦੇ ਨਾਲ ਜਦੋਂ x ਨੂੰ ਅਸੀਂ 6 ਨਾਲ ਭਾਗ ਕਰਾਂਗੇ ਤਾਂ ਇੱਥੇ ਮੇਰੇ ਕੋਲ ਕੋਈ ਨਾ ਕੋਈ q ਤੇ ਕੋਈ ਨਾ ਕੋਈ r ਦੀ ਜਿਹੜੀ ਵੈਲਿਊ ਉਹ ਜ਼ਰੂਰ ਆ ਜਾਏਗੀ। ਠੀਕ ਹੈ, ਤਾਂ ਇਹਦੇ ਚ ਅਸੀਂ ਦੇਖਿਆ ਸੀਗਾ ਕਿ ਜਿਹੜਾ r ਹੈ ਉਹਦੀ ਕੀਮਤ ਹੁਣ ਇਸ ਕੁਐਸਚਨ ਦੇ ਵਿੱਚ ਜਿਹੜਾ a ਹੈ ਉਹਨੂੰ ਤਾਂ ਮੈਂ ਲਿਆ ਹੈ x, ਜਿਹੜਾ b ਹੈ ਉਹਨੂੰ ਲਿਆ ਹੈ 6। ਠੀਕ ਹੈ, ਤਾਂ r ਦੀ ਜਿਹੜੀ ਕੀਮਤ ਹੈ ਉਹ 6 ਤੋਂ ਵੱਡੀ ਨਹੀਂ ਹੋ ਸਕਦੀ। ਇਹ ਨਾਲ ਇੱਥੇ ਸਾਨੂੰ ਮੈਂਸ਼ਨ ਕਰਨਾ ਪਏਗਾ ਕਿ r ਜਿਹੜਾ ਹੈ ਉਹ ਸਾਡੇ ਕੋਲ 0 ਜਾਂ 0 ਤੋਂ ਵੱਡਾ ਜਾਂ ਫਿਰ 6 ਤੋਂ ਜਿਹੜਾ ਉਹ ਛੋਟਾ ਹੋਏਗਾ। b ਦੀ ਜਗ੍ਹਾ ਤੇ ਸਾਡੇ ਕੋਲ ਇੱਥੇ 6 ਹੈ। ਅਗਰ ਇਹ ਚੀਜ਼ ਹੈ ਤਾਂ r ਦੀ ਕੀਮਤ ਜਿਹੜੀ ਉਹ ਕੀ ਹੋ ਸਕਦੀ ਹੈ? r ਸਾਡੇ ਕੋਲ ਫਿਰ 0 ਵੀ ਹੋ ਸਕਦਾ ਹੈ, 1 ਵੀ ਹੋ ਸਕਦਾ ਹੈ, 2 ਵੀ ਹੋ ਸਕਦਾ ਹੈ, 3 ਵੀ ਹੋ ਸਕਦਾ ਹੈ, 4 ਵੀ ਹੋ ਸਕਦਾ ਹੈ ਤੇ 5 ਵੀ ਹੋ ਸਕਦਾ ਹੈ। ਠੀਕ ਹੈ ਨਾ, ਕਿਉਂਕਿ 0 ਤੋਂ 6 ਦੇ ਵਿਚਕਾਰ ਹੀ ਆਪਾਂ ਜਿਹੜੀਆਂ ਕੀਮਤਾਂ ਲੈਣੀਆਂ ਨੇ। 0 ਲੈ ਸਕਦੇ ਹਾਂ, 6 ਅਸੀਂ ਨਹੀਂ ਲੈ ਸਕਦੇ। ਠੀਕ ਹੈ, ਤਾਂ ਕਹਿਣ ਦਾ ਭਾਵ ਜਦੋਂ ਅਸੀਂ r ਦੀ ਜਿਹੜੀਆਂ 6 ਕੀਮਤਾਂ ਨੇ ਉਹ ਅਸੀਂ ਇੱਥੇ ਫਿਲ ਕਰਾਂਗੇ ਤਾਂ ਸਾਡੇ ਕੋਲ ਅਲੱਗ-ਅਲੱਗ ਜਿਹੜੇ ਰੂਪ ਹੈ ਉਹ x ਦੇ ਬਣ ਜਾਣਗੇ। ਠੀਕ ਹੈ, ਭਾਵ ਕਿ ਅਸੀਂ ਲਿਖ ਸਕਦੇ ਹਾਂ x बराबर 6q। अगर r की कीमत ਅਸੀਂ 0 ਲਵਾਂਗੇ ਤਾਂ ਸਾਡੇ ਕੋਲ ਸਿਰਫ 6q ਬਚੇਗਾ, ਜਾਂ ਅਗਰ 1 ਲਵਾਂਗੇ ਤਾਂ 6q + 1 ਜਾਂ 6q + 2 ਜਾਂ 6q + 3 ਜਾਂ ਜਿਹੜੀ ਕੀਮਤ ਹੈ ਉਹ 6q + 4 ਹੋ ਸਕਦੀ ਹੈ और 6q + 5। ठीक है, तो x ਦੇ ਜਿਹੜੇ ਸਾਡੇ ਕੋਲ ਰੂਪ ਹੈ ਉਹ ਇੱਕ 6q ਬਣ ਸਕਦਾ ਹੈ, ਕੁਐਸਚਨ ਦੇ ਅਕੋਰਡਿੰਗ ਇੱਕ 6q + 1 ਬਣ ਸਕਦਾ ਹੈ, 6q + 2 ਬਣ ਸਕਦਾ ਹੈ, 6q + 3 ਬਣ ਸਕਦਾ ਹੈ, 6q + 4 ਜਾਂ 6q + 5 ਬਣ ਸਕਦਾ ਹੈ। ਠੀਕ ਹੈ, तो ਇਹਨਾਂ ਦੇ ਵਿੱਚੋਂ ਅਸੀਂ ਦੇਖਾਂਗੇ ਹੁਣ ਅੱਗੇ ਕਿ ਕਿਹੜੇ ਰੂਪ ਜਿਹੜੇ x ਦੇ ਹੋ ਸਕਦੇ ਆ ਤੇ ਕਿਹੜੇ ਨਹੀਂ ਹੋ ਸਕਦੇ। ਜਿਹੜੇ ਨਹੀਂ ਹੋ ਸਕਦੇ ਉਹਦਾ ਕੀ ਕਾਰਨ ਹੈ ਕਿ ਉਹ ਨਹੀਂ x ਦੇ ਰੂਪ ਹੋ ਸਕਦੇ। एक चीज ਅਸੀਂ ਇੱਥੇ ਥੋੜਾ ਜਿਹਾ ਭੁੱਲ ਗਏ ਕਿ x ਇੱਕ ਧਨਾਤਮਕ ਟਾਂਕ ਸੰਪੂਰਨ ਸੰਖਿਆ ਹੈ। ठीक है, ਧਨਾਤਮਕ ਟਾਂਕ और ਸਾਡੇ ਕੋਲ ਨੰਬਰ ਇਹ ਟਾਂਕ ਸੰਖਿਆ ਹੋਏਗਾ। ਠੀਕ ਹੈ, ਤਾਂ ਹੁਣ ਅਸੀਂ ਇਹ ਦੇਖਣਾ x ਨੂੰ ਅਸੀਂ ਇਹ 6 ਤਰ੍ਹਾਂ ਦਾ ਲਿਖ ਲਿਆ। ਇਹਨਾਂ ਦੇ ਵਿੱਚੋਂ ਹੋ ਸਕਦਾ ਕਿ ਕੁਝ ਰੂਪ ਜਿਹੜੇ ਆ ਉਹ ਸਾਡੇ ਕੋਲ ਕੋਈ ਨਾ ਕੋਈ ਜਿਸ ਸੰਖਿਆ ਬਣਦੇ ਹੋਣ, ਜਿਹੜਾ ਕਿ ਪੋਸੀਬਲ ਨਹੀਂ ਹੈ ਕਿਉਂਕਿ x ਤਾਂ ਅਸੀਂ ਪਹਿਲਾਂ ਹੀ ਮੰਨ ਕੇ ਚੱਲਾਂਗੇ ਕਿ ਇੱਕ ਟਾਂਕ ਸਾਡੇ ਕੋਲ ਸੰਪੂਰਨ ਸੰਖਿਆ ਹੈ। ਠੀਕ ਹੈ, ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ 6q ਦੀ ਗੱਲ ਕਰਦੇ ਹਾਂ। ਜਿਹੜਾ 6q ਨੰਬਰ ਹੈ ਸਾਡੇ ਕੋਲ ਇਹਨੂੰ ਅਸੀਂ ਲਿਖ ਸਕਦੇ ਹਾਂ 2 × 3q। ਠੀਕ ਹੈ ਨਾ, ਕਿਉਂਕਿ 6 ਸਾਡੇ ਕੋਲ ਈਵਨ ਨੰਬਰ ਹੈ ਤਾਂ ਇਹਨੂੰ 2 × 3q ਲਿਖਿਆ ਜਾ ਸਕਦਾ ਹੈ। ਭਾਵ ਇਹਨੂੰ ਮੈਂ 2m ਦੀ ਫਾਰਮ ਦੇ ਵਿੱਚ ਲਿਖ ਸਕਦਾ। ਆਪਾਂ ਪਹਿਲਾਂ ਕੀਤੀ ਹੋਣੀ ਗੱਲ ਕਿ 2m ਦੇ ਵਿੱਚ ਜਿਹੜਾ ਨੰਬਰ ਲਿਖਿਆ ਜਾ ਸਕਦਾ ਹੈ ਉਹ ਸਾਡੇ ਕੋਲ ਜਿਸ ਸੰਖਿਆ ਹੁੰਦਾ ਹੈ। ਠੀਕ ਹੈ, ਇਸ ਲਈ ਇਹ ਤਾਂ ਹੋ ਗਿਆ ਕ੍ਰੋਸ ਕਿ x ਦੀ ਜਿਹੜੀ ਕੀਮਤ ਹੈ ਉਹ 6q ਨਹੀਂ ਹੋ ਸਕਦੀ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ 6q + 2 ਦੀ। ਹੁਣ ਇਹਦੇ ਵਿੱਚੋਂ ਵੀ ਆਪਾਂ ਦੇਖੀਏ ਤਾਂ 6 ਔਰ 2 ਦੋਨਾਂ ਦੇ ਵਿੱਚੋਂ 2 ਨੂੰ ਸਾਂਝਾ ਜਿਹੜਾ ਅਸੀਂ ਕੱਢ ਸਕਦੇ ਹਾਂ ਤੇ ਪਿੱਛੇ ਸਾਡੇ ਕੋਲ 3q + 1 ਜਿਹੜਾ ਬਚੇਗਾ। ਸੋ 6q + 2 ਨੂੰ ਵੀ ਆਪਾਂ 2 × ਸਮਥਿੰਗ ਕੁਛ ਨਾ ਕੁਛ ਮਤਲਬ 2 ਦੇ ਨਾਲ ਕੋਈ ਨੰਬਰ ਗੁਣਾ ਹੋਇਆ ਇਹਨੂੰ ਅਸੀਂ ਇਸ ਫਾਰਮ 'ਚ ਲਿਖ ਪਾਏ ਹਾਂ। तो ਇਹ ਵੀ ਸਾਡੇ ਕੋਲ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ 2m ਦੇ ਰੂਪ ਦਾ ਹੀ ਹੈ, 2m ਦੀ ਫਾਰਮ ਦਾ ਹੈ। तो ਇਹ ਵੀ ਸਾਡੇ ਕੋਲ ਇੱਕ ਜਿਸਤ ਸੰਖਿਆ ਹੈ। ਇਸ ਤੋਂ ਬਾਅਦ 6q + 4 ਦੀ ਅਗਰ ਅਸੀਂ ਗੱਲ ਕਰੀਏ ਇਹਦੇ ਵਿੱਚੋਂ ਵੀ ਅਸੀਂ 2 ਨੂੰ ਸਾਂਝਾ ਕੱਢ ਸਕਦੇ ਹਾਂ। तो ਪਿੱਛੇ ਸਾਡੇ ਕੋਲ ਜਿਹੜਾ ਨੰਬਰ ਹੈ ਉਹ 3q + 2 ਬਚੇਗਾ। तो ਇਹਨੂੰ ਵੀ ਅਸੀਂ 2 ਗੁਣਾ ਕੋਈ ਨਾ ਕੋਈ ਨੰਬਰ ਉਸ ਦੀ ਫਾਰਮ ਦੇ ਵਿੱਚ, ਮਤਲਬ ਇਹ ਵੀ ਸਾਡੇ ਕੋਲ 2m ਦੀ ਫਾਰਮ ਦੇ ਵਿੱਚ ਹੋ ਗਿਆ। तो ਇਹ ਵੀ ਸਾਡੇ ਕੋਲ ਇੱਕ ਜਿਸਤ ਸੰਖਿਆ ਹੈ। ठीक है, तो ਕਹਿਣ ਦਾ ਭਾਵ ਹੈ ਕਿ 6q + 2 और 6q + 4 ਇਹ ਸਾਡੇ ਕੋਲ x ਦੀਆਂ ਕੀਮਤਾਂ ਨਹੀਂ ਹੋ ਸਕਦੀਆਂ ਕਿਉਂਕਿ ਇਹ ਜਿਹੜੇ ਨੰਬਰ ਹੈ ਇਹ ਕਿਸੇ ਨਾ ਕਿਸੇ ਜਿਸਤ ਸੰਖਿਆ ਨੂੰ ਦਰਸਾਉਂਦੇ ਆ, ਜਦ ਕਿ x ਜਿਹੜਾ ਸਾਨੂੰ ਕੁਐਸਚਨ ਦੇ ਅਕੋਰਡਿੰਗ ਅਸੀਂ ਧਨਾਤਮਕ ਟਾਂਕ ਸੰਪੂਰਨ ਸੰਖਿਆ ਟਾਂਕ ਸੰਖਿਆ ਆਪਾਂ ਲੈਣਾ ਹੈ ਇਹਨੂੰ। ਠੀਕ ਹੈ, ਤਾਂ ਇਹ ਸਾਡੇ ਕੋਲ 3 ਜਿਹੜੇ ਹੈ ਉਹ ਆਨਸਰ ਜਿਹੜੇ ਇਹਦੇ ਵਿੱਚੋਂ ਅਸੀਂ ਰਿਜੈਕਟ ਕਰ ਦੇਵਾਂਗੇ। ਬਾਕੀ ਜਿਹੜੇ ਬਚੇ ਨੇ ਸਾਡੇ ਕੋਲ 6q + 1, 6q + 3,
6q + 5 ਇਹਨਾਂ ਨੂੰ ਵੀ ਅਸੀਂ ਚੈੱਕ ਕਰਾਂਗੇ ਕਿ ਕੀ ਇਹਨਾਂ ਨੂੰ 2m + 1 2m + 1 ਦੀ ਫਾਰਮ ਦੇ ਵਿੱਚ ਲਿਖਿਆ ਜਾ ਸਕਦਾ ਹੈ। ਜੇ ਲਿਖਿਆ ਜਾ ਸਕਦਾ ਹੈ ਤਾਂ ਇਹ ਸਾਡੇ ਕੋਲ ਟਾਂਕ ਸੰਖਿਆਵਾਂ ਹੋਣਗੇ। ਅਗਰ ਇਹ ਟਾਂਕ ਸੰਖਿਆਵਾਂ ਹੋਣਗੇ ਤਾਂ x ਨੂੰ ਇਹਨਾਂ ਦੇ ਫਾਰਮ ਦੇ ਵਿੱਚ ਲਿਖਿਆ ਜਾ ਸਕਦਾ ਹੈ, ਕਿਉਂਕਿ x ਵੀ ਇੱਕ ਸਾਡੇ ਕੋਲ ਟਾਂਕ ਸੰਖਿਆ ਹੈ। ਹੁਣ ਆਪਾਂ 6q + 1 ਦੀ ਗੱਲ ਕਰਦੇ ਹਾਂ। तो 6q ਨੂੰ ਆਪਾਂ ਲਿਖ ਸਕਦੇ ਹਾਂ 2 × 3q, ठीक है ना। 6 है तो 6 ਨੂੰ 2 × 3 ਲਿਖਿਆ ਜਾ ਸਕਦਾ ਹੈ, तो 2 × 3q ਨੂੰ ਲਿਖਿਆ ਜਾ ਸਕਦਾ ਹੈ +1, ठीक है। तो ਇਹਦਾ ਮਤਲਬ ਇਹਨੂੰ ਅਗਰ ਇਹਦੀ ਕੀਮਤ ਅੱਗੇ ਮੈਂ m ਲਿਖਦਾ ਤਾਂ ਮੇਰੇ ਕੋਲ 2m + 1 ਜਿਹੜਾ ਬਣ ਜਾਂਦਾ ਹੈ। 2m + 1 ਦੇ ਨਾਲ ਬਣਨ ਦੇ ਨਾਲ ਇਹ ਮੇਰੇ ਕੋਲ ਕੀ ਇੱਕ ਟਾਂਕ ਸੰਖਿਆ ਜਿਹੜੀ ਹੈ ਉਹ ਸਿੱਧ ਹੋ ਜਾਂਦੀ ਹੈ। 6q + 1 ਨੂੰ ਆਪਾਂ ਲਿਖ ਸਕਦੇ ਹਾਂ 2m + 1, तो ਇਹਦਾ ਮਤਲਬ ਇਹ ਸਾਡੇ ਕੋਲ ਇੱਕ ਟਾਂਕ ਸੰਖਿਆ ਹੈ। ਸੋ ਇਹ x ਦੀ ਜਿਹੜੀ ਕੀਮਤ ਹੈ ਉਹ ਹੋ ਸਕਦੀ ਹੈ, ਠੀਕ ਹੈ। ਇਸ ਤੋਂ ਬਾਅਦ ਅਗਰ 6q + 1 ਦੀ ਆਪਾਂ +3 ਦੀ ਗੱਲ ਕਰੀਏ, 6q + 3 ਦੀ ਗੱਲ ਕਰੀਏ ਤਾਂ ਇਹਨੂੰ ਆਪਾਂ ਲਿਖ ਸਕਦੇ ਹਾਂ 6q + 2 + 1, ਜਿਹੜਾ 3 ਹੈ ਉਹਨੂੰ ਮੈਂ ਬ੍ਰੇਕ ਕਰ ਲਿਆ, 2 + 1 ਕਰ ਲਿਆ। तो ਹੁਣ 6q + 2 ਦੇ ਵਿੱਚੋਂ ਆਪਾਂ ਫਿਰ 2 ਜਿਹੜਾ ਸਾਂਝਾ ਲੈ ਸਕਦੇ ਹਾਂ, तो ये मेरे को 3q + 1 बनेगा, ठीक है, +1। तो फिर दोबारा आप देखिया कि हम इनू जरा 6q + 3 इनू आप लिख पाए 2 गुणा कोई नंबर है साडे कोल, सिंपलीफाई करके कुछ ना कुछ नंबर ही बनेगा +1। तो आप कह सकते हैं कि ये भी 2m + 1 की फॉर्म दे विच साडे कोल बन गया। सो ये भी साडे कोल एक टांक संख्या होएगा, ठीक है। तो इस तो बाद 6q + 5 जरा साडे कोल ये वाला लास्ट वाला नंबर बच गया। ਇਹਦੇ ਵਿੱਚ ਵੀ ਅਸੀਂ 1 ਨੂੰ ਅਗਰ ਅਲੱਗ ਕਰ ਦਈਏ ਤਾਂ 6q + 4 ਲਿਖਿਆ ਜਾ ਸਕਦਾ ਹੈ, 4 + 1। ਔਰ ਜਿਹੜਾ 6q + 4 ਹੈ ਇਹਦੇ ਚੋਂ ਆਪਾਂ 2 ਜਿਹੜਾ ਸਾਂਝਾ ਕਰ ਸਕਦੇ ਹਾਂ ਤਾਂ ਇਹ ਆਪਣੇ ਕੋਲ 3q + 2 ਬਚੇਗਾ और +1, ठीक है। तो ਇਹ ਵੀ ਅਗਰ ਇਹਨੂੰ ਮੈਂ m ਲਿਖਦਾ तो ਇਹ ਵੀ ਆਪਣੇ ਕੋਲ 2m + 1 ਦੀ ਫਾਰਮ ਦੇ ਵਿੱਚ ਲਿਖਿਆ ਜਾ ਸਕਦਾ ਹੈ। ਇੱਥੇ m ਕੋਈ ਸਪੈਸ਼ਲ ਨੰਬਰ ਨਹੀਂ ਹੈ, m ਕੋਈ ਵੀ ਸੰਪੂਰਨ ਸੰਖਿਆ ਹੋ ਸਕਦਾ ਹੈ। ਉਹ ਸਾਡੇ ਕੋਲ ਅਲੱਗ-ਅਲੱਗ ਨੰਬਰ ਦੇ ਲਈ m ਦੀ ਜਿਹੜੀ ਕੀਮਤ ਹੈ ਉਹ ਅਲੱਗ-ਅਲੱਗ ਹੀ ਰਹੇਗੀ, ਠੀਕ ਹੈ। ਅਲਟੀਮੇਟਲੀ ਅਸੀਂ ਇਹ ਦੇਖਣਾ ਕਿ ਇਸ ਨੰਬਰ ਨੂੰ ਆਪਾਂ 2 ਗੁਣਾ ਕੁਛ ਨਾ ਕੁਛ +1 ਦੀ ਫਾਰਮ ਦੇ ਵਿੱਚ ਅਗਰ ਲਿਖ ਪਾਏ ਤਾਂ ਇਹ ਵੀ ਸਾਡੇ ਕੋਲ ਇੱਕ ਟਾਂਕ ਸੰਖਿਆ ਹੀ ਬਣੇਗੀ, ठीक है। तो ਅਸੀਂ ਦੇਖਿਆ ਕਿ x ਨੂੰ ਅਸੀਂ 6 ਨਾਲ ਭਾਗ ਕਰਨ ਤੇ ਜਿਹੜਾ ਇਹ 6 ਨੰਬਰ ਦੀ ਫਾਰਮ ਦੇ ਵਿੱਚ ਆਪਾਂ ਲਿਖ ਸਕਦੇ ਸੀਗੇ, ਪਰ ਇਹਨਾਂ ਵਿੱਚੋਂ ਅਸੀਂ ਦੇਖਿਆ ਕਿ 3 ਨੰਬਰ ਜਿਹੜੇ ਉਹ ਸਾਡੇ ਕੋਲ ਜਿਸ ਸੰਖਿਆਵਾਂ ਨੇ, ਸੋ x ਜਿਹੜਾ ਇਹਨਾਂ ਦੇ ਬਰਾਬਰ ਤਾਂ ਨਹੀਂ ਹੋ ਸਕਦਾ ਕਿਉਂਕਿ x ਇੱਕ ਧਨਾਤਮਕ ਟਾਂਕ ਸੰਪੂਰਨ ਸੰਖਿਆ ਹੈ, ਪਰ x ਜਿਹੜਾ ਹੈ ਉਹ ਇਹ ਤਿੰਨਾਂ ਦੇ ਬਰਾਬਰ ਹੋ ਸਕਦਾ ਹੈ। ਇਸ ਰੂਪ ਦੇ ਵਿੱਚ ਆਪਾਂ x ਨੂੰ ਲੈ ਸਕਦੇ ਹਾਂ ਕਿਉਂਕਿ ਇਹ ਤਿੰਨੋਂ ਹੀ ਸਾਡੇ ਕੋਲ ਟਾਂਕ ਸੰਖਿਆਵਾਂ ਉਹ ਜਿਹੜੀਆਂ ਬਣਦੀਆਂ ਨੇ। क्योंकि x ਜਿਹੜਾ ਅਸੀਂ ਕੋਈ ਵੀ ਆਪਣੇ ਕੋਲੋਂ ਆਰਬਿਟਰੀ ਨੰਬਰ ਲਿਆ ਸੀ, x ਦੀ ਜਗ੍ਹਾ ਤੇ ਅਸੀਂ ਕੋਈ ਵੀ ਨੰਬਰ ਲੈ ਸਕਦੇ ਹਾਂ, ਠੀਕ ਹੈ, ਜਨਰਲ ਨੰਬਰ ਆਪਾਂ ਲਿਆ ਸੀ। तो ਅਸੀਂ ਕਹਿ ਸਕਦੇ ਹਾਂ ਕਿ ਕੋਈ ਵੀ ਧਨਾਤਮਕ ਟਾਂਕ ਸੰਪੂਰਨ ਸੰਖਿਆ 6q + 1, 6q + 3 ਜਾਂ 6q + 5 ਦੇ ਰੂਪ ਦੀ ਹੁੰਦੀ ਹੈ। ਇਸ ਤੋਂ ਸਿੱਧ ਹੁੰਦਾ ਹੈ कि कोई भी धनात्मक टांक संपूर्ण संख्या 6q + 1 ਜਾਂ 6q + 3 ਜਾਂ 6q + 5 ਦੇ रूप दी हुंदी है, जिस विच जिथे के क्यू कोई संपूर्ण संख्या है। ठीक है। अक्सर बच्चों ਨੂੰ ਜਿਹੜਾ ਇਹ ਕੁਐਸਚਨ ਹੈ, ਇਸ ਢੰਗ ਦੇ ਜਿਹੜੇ ਸਵਾਲ ਹੈ ਅਗਲੇ ਵੀ ਅਸੀਂ ਦੋ ਕਰਾਂਗੇ, ਥੋੜੇ ਜਿਹੇ ਮੁਸ਼ਕਿਲ ਲੱਗਦੇ ਆ, ਪਰ ਅਸੀਂ ਅਗਰ ਇਹਦਾ ਅਭਿਆਸ ਕਰਾਂਗੇ, ਪ੍ਰੈਕਟਿਸ ਕਰਾਂਗੇ, ਇਹਨੂੰ ਇੱਕ ਵਾਰ ਦੇਖ ਕੇ ਸਮਝ ਕੇ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰਾਂਗੇ ਤਾਂ ਯਕੀਨਨ ਜਿਹੜਾ ਇਹਦੇ ਚ ਆਪਾਂ ਸੌਖੇ ਹੋ ਜਾਵਾਂਗੇ, ਸੌਖਾ ਰਹੇਗਾ। ਇਹਨੂੰ ਯਾਦ ਕਰਨਾ ਜਿਹੜਾ ਉਹ ਤੁਹਾਡੇ ਵਾਸਤੇ ਈਜ਼ੀ ਹੋ ਜਾਏਗਾ, ਠੀਕ ਹੈ।
ਇਸ ਤੋਂ ਬਾਅਦ ਚੌਥਾ ਕੁਐਸਚਨ ਸਾਡੇ ਕੋਲ ਜਿਹੜਾ ਇਸ ਐਕਸਰਸਾਈਜ਼ ਦਾ ਹੈ ਉਹ ਹੈ ਕਿ ਯੂਕਲਿਡ ਵੰਡ ਪ੍ਰਮੇਯਤਾ ਦਾ ਪ੍ਰਯੋਗ ਕਰਕੇ ਦਿਖਾਓ ਕਿ ਕਿਸੇ ਧਨਾਤਮਕ ਸੰਪੂਰਨ ਸੰਖਿਆ ਦਾ ਵਰਗ ਕਿਸੇ ਸੰਪੂਰਨ ਸੰਖਿਆ m ਦੇ ਲਈ 3m ਜਾਂ 3m + 1 ਦੇ ਰੂਪ ਵਿੱਚ ਹੁੰਦਾ ਹੈ। ਠੀਕ ਹੈ, ਅਗਰ ਬੁੱਕਸ ਤੁਹਾਡੇ ਕੋਲ ਹੈਗੀਆਂ ਨੇ ਥੋੜਾ ਜਿਹਾ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ। ਵੈਸੇ ਬੁੱਕਸ ਜਿਹੜੀਆਂ ਤੁਹਾਨੂੰ ਆਨਲਾਈਨ ਵੀ ਜਿਹੜੀਆਂ ਉਹਨਾਂ ਦੀ ਪਹੁੰਚ ਕੀਤੀ ਗਈ ਹੈ ਕਿ ਆਨਲਾਈਨ ਜਿਹੜੇ ਬੱਚੇ ਡਾਊਨਲੋਡ ਕਰ ਸਕਦੇ ਨੇ ਉਹ ਜ਼ਰੂਰ ਕਰਨ ਕਿਤਾਬਾਂ ਨੂੰ, ਤੇ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਦਾ ਲਿੰਕ ਅਗਰ ਨੀਚੇ ਸ਼ੋ ਕਰ ਪਾਇਆ ਤਾਂ ਡਿਸਕ੍ਰਿਪਸ਼ਨ ਦੇ ਵਿੱਚੋਂ ਤੁਹਾਨੂੰ ਲਿੰਕ ਮਿਲ ਜਾਏਗਾ ਜਿੱਥੋਂ ਕਿਤਾਬ ਤੁਸੀਂ ਇਹ ਡਾਊਨਲੋਡ ਕਰ ਸਕਦੇ ਹੋ। ਤੋ ਇਹਦੇ 'ਚ ਹੁਣ ਅਸੀਂ ਦੇਖ ਸਕਦੇ ਹਾਂ ਸੰਕੇਤ ਦੇ ਵਿੱਚ ਸਾਨੂੰ ਦਿੱਤਾ ਹੋਇਆ ਕਿ ਮੰਨ ਲਓ x ਕੋਈ ਧਨਾਤਮਕ ਸੰਪੂਰਨ ਸੰਖਿਆ ਹੈ। ਹੁਣ ਇਹ 3q 3q + 1 3q + 2 ਦੇ ਰੂਪ ਵਿੱਚ ਲਿਖੀ ਜਾ ਸਕਦੀ ਹੈ। ਪਹਿਲੇ ਕੁਐਸਚਨ ਦੀ ਤਰ੍ਹਾਂ ਜਿਹੜਾ ਆਪਾਂ ਕਰਕੇ ਆਏ ਉਸ ਉਹਦੀ ਤਰ੍ਹਾਂ ਇਹਦੇ ਵਿੱਚ ਵੀ ਆਪਾਂ x ਜਿਹੜਾ ਕੋਈ ਧਨਾਤਮਕ ਸੰਪੂਰਨ ਸੰਖਿਆ ਜਿਹੜੀ ਉਹ ਮੰਨ ਲਾਂਗੇ, ਫਿਰ ਉਸ ਤੋਂ ਬਾਅਦ ਜਿਹੜਾ ਕਿ ਕੁਐਸਚਨ ਸਟਾਰਟ ਕਰਦੇ ਹਾਂ। ਠੀਕ ਹੈ ਜੀ, तो मान लो x एक धनात्मक संपूर्ण संख्या है। मान लो x एक धनात्मक संपूर्ण संख्या है। अगर ये धनात्मक संपूर्ण संख्या है तो अगर मैं x नू 3 ਦੇ ਨਾਲ ਭਾਗ ਕਰਾਂ ਤਾਂ x ਨੂੰ मैं लिख सकता x बराबर 3q + r। ठीक है, ਪਹਿਲਾਂ ਦੇ ਵਾਂਗੀ ਜਿਹੜੀ r ਦੀ ਕੀਮਤ ਹੈ ਉਹ ਸਾਡੇ ਕੋਲ 0 ਜਾਂ 0 ਤੋਂ ਜ਼ਿਆਦਾ ਹੋਏਗੀ ਪਰ 3 ਤੋਂ ਘੱਟ ਹੋਏਗੀ ਕਿਉਂਕਿ ਇਹਦੇ ਵਿੱਚ ਇਸ ਕੁਐਸਚਨ 'ਚ ਜਿਹੜਾ a ਹੈ ਅਸੀਂ ਉਹ x ਲਿਆ ਤੇ ਜਿਹੜਾ b ਹੈ ਉਹ ਅਸੀਂ 3 ਲਵਾਂਗੇ। ठीक है, तो r ਦੀ ਜਿਹੜੀ ਕੀਮਤ ਹੈ ਉਹ ਅਸੀਂ 0 ਵੀ ਲੈ ਸਕਦੇ ਹਾਂ, 1 ਵੀ ਲੈ ਸਕਦੇ ਹਾਂ ਤੇ 2 ਵੀ ਲੈ ਸਕਦੇ ਹਾਂ। ठीक है, r ਦੀਆਂ ਕੀਮਤਾਂ ਇੱਥੇ 0 1 2 ਪਰ ਅੰਤੇ ਸਾਡੇ ਕੋਲ ਕੀ ਪ੍ਰਾਪਤ ਹੋਵੇਗਾ ਭਾਵ ਕਿ x ਨੂੰ 3q अगर 0 फिल करेंगे तो 3q बन जाएगा ਜਾਂ 3q + 1 ਜਾਂ 3q + 2। r ਦੀ ਕੀਮਤ 2 ਫਿਲ ਕਰਾਂਗੇ ਤਾਂ 3q + 2 ਬਣ ਜਾਏਗਾ। 3q + 2 ਦੀ ਫਾਰਮ ਵਿੱਚ 2 ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ठीक है जी, तो अगे जरा क्वेश्चन सानू की कहता है कि किसी भी धनात्मक संपूर्ण संख्या का वर्ग किसी संपूर्ण संख्या m ਦੇ ਲਈ 3m ਜਾਂ 3m + 1 ਦੇ ਰੂਪ ਵਿੱਚ 3m + 1 ਦੇ ਰੂਪ ਵਿੱਚ ਹੁੰਦਾ ਹੈ। तो ਹੁਣ x ਦੀ ਕੀਮਤ ਜਿਹੜੀ ਅਸੀਂ ਉਹ ਜਾਂ ਤਾਂ 3q ਲੈ ਸਕਦੇ ਹਾਂ ਜਾਂ ਫਿਰ x ਦੀ ਕੀਮਤ ਆਪਾਂ 3q + 1 ਲੈ ਸਕਦੇ ਹਾਂ ਜਾਂ x ਦੀ ਕੀਮਤ ਜਿਹੜੀ ਉਹ ਸਾਡੇ ਕੋਲ 3q + 2 ਜਿਹੜਾ ਅਸੀਂ ਲੈ ਸਕਦੇ ਹਾਂ। ਸੋ ਕੋਈ ਵੀ ਧਨਾਤਮਕ ਸੰਪੂਰਨ ਸੰਖਿਆ ਹੈ ਉਹਨੂੰ ਜਾਂ ਤਾਂ 3q ਜਾਂ 3q + 1 ਜਾਂ 3q + 2 ਦੀ ਜਿਹੜੀ ਫਾਰਮ ਦੇ ਵਿੱਚ ਆਪਾਂ ਲਿਖ ਸਕਦੇ ਹਾਂ। ਹੁਣ ਅਸੀਂ ਇਹਨਾਂ ਦੇ ਵਰਗ ਕਰਕੇ ਚੈੱਕ ਕਰਨਾ ਕਿ ਜਿਹੜੇ ਇਹਨਾਂ ਤਿੰਨਾਂ ਸੰਖਿਆਵਾਂ ਦੇ ਜਿਹੜੇ ਸਾਡੇ ਕੋਲ ਵਰਗ ਨੇ ਉਹ ਜਾਂ ਤਾਂ 3m ਜਾਂ ਫਿਰ 3m + 1 ਦੀ ਫਾਰਮ ਦੇ ਵਿੱਚ ਬਣਨੇ ਚਾਹੀਦੇ ਨੇ। ਠੀਕ ਹੈ, तो सब तो पहला केस 1 x बराबर 3q। ठीक है, तो दोनों पासे अगर ਅਸੀਂ ਇਹਦਾ ਵਰਗ ਕਰਦੇ ਹਾਂ ਤੇ x² + 3q ਦਾ ਸਕੁਆਇਰ ਸਾਡੇ ਕੋਲ ਹੋ ਜਾਏਗਾ 3 ਦਾ ਜਿਹੜੀ ਘਾਤ ਅਸੀਂ 2 ਕਰਾਂਗੇ ਤਾਂ ਸਾਡੇ ਕੋਲ 9 ਆ ਜਾਏਗਾ और ਨਾਲ q ਦੀ ਪਾਵਰ 2 ਆ ਜਾਏਗਾ। ठीक है, तो ਇਹਨੂੰ ਅਸੀਂ ਲਿਖ ਸਕਦੇ ਹਾਂ 3 × 3q²। ठीक है ना, ਇਹ ਸਾਡੇ ਕੋਲ x ਕੋਈ ਧਨਾਤਮਕ ਸੰਪੂਰਨ ਸੰਖਿਆ ਸੀ ਉਹਦਾ ਵਰਗ ਜਦੋਂ ਅਸੀਂ ਕੀਤਾ ਉਹ ਤਾਂ 3 ਗੁਣਾ ਨਾਲ ਕੋਈ ਨਾ ਕੋਈ ਨੰਬਰ ਜਿਹੜਾ ਸਾਡੇ ਕੋਲ ਬਣਦਾ ਜਿਹਨੂੰ ਮੈਂ 3m ਦੀ ਫਾਰਮ ਦੇ ਵਿੱਚ ਲਿਖ ਸਕਦਾ ਜਿੱਥੇ ਕਿ ਮੇਰੇ ਕੋਲ ਜਿਹੜਾ m ਹੈ ਉਹ ਕੀ ਹੈ ਉਹ 3q² ਹੈ। ठीक है, इस तो बाद केस 2 x बराबर 3q + 1 x = 3q + 1 ਇਹਦਾ ਜੇ ਤੁਸੀਂ ਵਰਕ ਕਰਾਂਗੇ तो x² = 3q + 1 स्क्वायर। हाँ जी, तो सब तो पहला a दी दो मतलब 3q² + 2ab a ਸਾਡੇ ਕੋਲ ਇੱਥੇ 3q ਹੈ ਤੇ b ਸਾਡੇ ਕੋਲ ਜਿਹੜਾ 1 ਹੈ और b दी दो भाव के 1² साढ़े को आ जाएगा। ठीक है, तो जो 3q² है ये 9q² बन जाएगा। ये साढ़े को 3 दूनी 6
6q आ जाएगा और प्लस ਜਿਹੜਾ ਸਾਡੇ ਕੋਲ 1 आ जाएगा। ठीक है, तो ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਿਹੜੀਆਂ ਪਹਿਲੀਆਂ ਦੋ ਸਾਡੇ ਕੋਲ ਪਹਿਲੇ ਪਦ ਨੇ 9q² प्लस ਜਾਂ 6q, ਇਹ ਵੀ ਸਾਡੇ ਕੋਲ 6 ਜਿਹੜਾ ਉਹ ਵੀ 3 ਦੇ ਪਹਾੜੇ ਵਿੱਚ ਜਾਂਦਾ ਹੈ ਔਰ ਜਿਹੜਾ 9 ਹੈ ਉਹ ਵੀ ਸਾਡੇ ਕੋਲ 3 ਦੇ ਪਹਾੜੇ ਵਿੱਚ ਜਾਂਦਾ ਹੈ। तो ਇਹ ਦੋਨਾਂ ਚੋਂ ਅਸੀਂ 3 ਨੂੰ ਸਾਂਝਾ ਕੱਢ ਸਕਦੇ ਹਾਂ। ਇੱਥੇ ਸਾਡੇ ਕੋਲ 3q ਦਾ ਵਰਗ ਬਚੇਗਾ 3q² और इतने सारे को 2q बचेगा। ठीक है ना, तो 3 अगर असी देखिए मल्टीप्लाई करके 3 3 जा 3 जी है साढ़े को 9 बनते हैं, 3 दूनी साढ़े को 6 बनने। ठीक है, दोनों चों आपां 3 जड़ा कॉमन कट लिया, नाल साढ़े को 1 जड़ा है। तो ये असी देखा कि हुण अगर असी x नूं धनात्मक संपूर्ण संख्या नूं 3q + 1 की फॉर्म च लिया, इहदा वर्ग किया तो वह भी साढ़े को 3 गुणा समथिंग +1, मतलब ये कुछ ना कुछ साढ़े को है संख्या +1 की फॉर्म च आपां इहनूं लिख लिया। भाव कि इनू असी 3m + 1 जड़ा लिख सकते हैं, जिथे कि साडे कोल जड़ा m है वो 3q² + 2q है। ठीक है, तो x नू असी पहली केस दे विच देखिया कि इनू असी 3m की फॉर्म च लिख सकते हैं धनात्मक संपूर्ण संख्या नू। दूसरे केस असी देखिया कि x का जड़ा वर्ग है उन्होंने असी 3m + 1 की फॉर्म च लिख सकते हैं। हुण इस तो बाद साडे कोल जड़ा तीसरा केस है 3q + 2, उन्होंने असी उहदा वर्ग करके देखांगे। हाँ जी, तो केस 3 x बराबर 3q + 2 लेंते, ਇਹਦੇ ਚ ਜਦੋਂ ਅਸੀਂ ਵਰਕ ਕਰਾਂਗੇ ਦੋਨੋਂ ਸਾਈਡ ਇਹ ਸਾਡੇ ਕੋਲ x² + 3q = 3q + 2 ਦਾ वर्ग आएगा। ठीक है, तो ਇਹਦਾ ਅਸੀਂ वर्क करेंगे a² मतलब 3q² आ जाएगा प्लस 2ab भाव 2, a साढ़े को 3q है, b साढ़े को 2 है, प्लस bq मतलब के b² 2 का जरा वो स्क्वायर आ जाएगा साढ़े को। ठीक है, तो 3q² नूं आपां लिख सकते हैं 9q² पहला वांग, और ये देखिए आप 3 दूनी 6 6 दूनी 12, इनू आप 12q लिखा जा सकता है, और 2 की घात 2 है, इनू असी 4 लिख सकते हैं। ठीक है, तो ये 4 नूं अगर मैं तोड़ा 3 जमा 1 लिखा जा सकता है, इनू असी लिख सकते हैं 3 × 3q²। 12 नूं दे विचों 3 अगर असी एक फैक्टर कट लैंदे हैं तो इनू 3 गुणा 4q लिखा जा सकता है, और 4 नूं असी तोड़ लैंदे हैं तो 3 जमा 1 लिखा जा सकता है। ठीक है, तो पहले जिहड़े 3 पद ने आपां देखते हैं, तिन्हां दे विचों 3 जिहड़ा वो साझा एक फैक्टर साझा गुणनखंड बाहर कढ़िया जा सकता है। ठीक है, तो जो 3 अगर असी साझा करते हैं पिछे साढ़े को 3q² बचेगा प्लस 4q बचेगा, प्लस इतों 3 कॉमन लिया तो पिछे 1 बचेगा, प्लस साढ़े को 1 आएगा। ठीक है, तो देखिया सी कि धनात्मक संपूर्ण संख्या x नूं जदों असी 3q + 2 लिया, इहदा वर्ग कीता तो उन्होंने भी अखीर दे विच आपां इस फॉर्म दे विच लिख पाए कि 3 गुणा समथिंग + 1, तो इनू भी मैं 3m + 1 जड़ा वो लिख सकदा, जिहदे च जिहड़ी m की कीमत है वो मेरे को 3q² + 4q + 1 बनती है। ठीक है, तो असी देखिया कि जिवें क्वेश्चन दे विच सानूं ये पूछा गया सीगा कि असी ये दिखाना कि किसी भी धनात्मक संपूर्ण संख्या नूं जे उहदा असी वर्ग करदे हां तां ओह किसी भी संपूर्ण संख्या m दे लई या तां ओह 3m की फॉर्म दे विच बनेगा या फिर 3m + 1 की फॉर्म दे विच बनेगा। ठीक है, तो यही चीज़ आपां इहदे सिद्ध कीती है। x नूं असी कोई अपने कोलों धनात्मक संपूर्ण संख्या लिया, उहनूं असी फिर देखिया x नूं असी ये 3 तरह लिख सकते हैं। तो अगर 3 तरह लिख सकते, फिर असी तीनों जो फॉर्म साढ़े कोल सीगियां, तीनों रूप सीगे, तिन्हां दा असी वर्ग किया, वर्ग करके असी देखिया कि या तो 3m बनता है या फिर 3m + 1 3m + 1 की फॉर्म दे विच बनता है। ठीक है, तो इस तो असी अगे लिख सकते हैं कि इस तो सिद्ध हुंदा है कि किसी भी धनात्मक संपूर्ण संख्या का वर्ग किसी संपूर्ण संख्या m दे लई 3m या 3m जमा प्लस के रूप विच हुंदा है। ठीक है जी, सो अगला जो चौथा क्वेश्चन है उसकी रकम तुसी देख सकते हो कि यूक्लिड वंड प्रमेय का प्रयोग करके दिखाओ कि किसी धनात्मक संपूर्ण संख्या का कण 9m जमा 1 या 9m जमा 8 के रूप दे विच हुंदा है। ये थोड़ा होमवर्क है, इनू तुसी क्वेश्चन नू इसनू अपने आप करना है। इहदे लई थोड़ा जिहा हिंट जिहड़ा वो मैं तुहानू जरूर देंगा। बिल्कुल पिछले क्वेश्चन की तरह, पिछले सवाल की तरह तुसी इहदे विच भी अपने कोलों एक जिहड़ी x है वो धनात्मक संपूर्ण संख्या लै सकते हो,
ਫਿਰ ਉਹਨੂੰ ਅਸੀਂ 3 ਨਾਲ ਭਾਗ ਕਰਕੇ x ਨੂੰ ਜਿਹੜਾ ਬਿਲਕੁਲ ਉਸੇ ਢੰਗ ਦੇ ਨਾਲ x ਨੂੰ 3q+1 ਜਾਂ 3q+2 ਦੀ ਫਾਰਮ ਦੇ ਵਿੱਚ ਜਿਹੜਾ ਉਸ ਰੂਪ ਦੇ ਵਿੱਚ ਉਹਨੂੰ ਲਿਖਿਆ ਜਾ ਸਕਦਾ ਹੈ। ਤਾਂ ਜਿਵੇਂ ਅਸੀਂ ਪਿਛਲੇ ਕੁਐਸਚਨ ਦੇ ਵਿੱਚ ਫਿਰ ਤਿੰਨੋਂ ਫਾਰਮਸ ਦਾ, ਤਿੰਨੋਂ ਰੂਪਾਂ ਦਾ ਆਪਾਂ ਵਰਕ ਕੀਤਾ ਸੀ, ਇਸ ਕੁਐਸਚਨ ਦੇ ਵਿੱਚ ਆਪਾਂ ਤਿੰਨੋਂ ਜਿਹੜੇ ਸਾਡੇ ਕੋਲ ਫਾਰਮਸ ਬਣਨਗੀਆਂ x ਦੀਆਂ, ਉਹ ਤਿੰਨਾਂ ਦਾ ਅਸੀਂ ਘਣ ਕਰਨਾ ਹੈ, ਭਾਵ ਕਿ ਉਹਨਾਂ ਦੀ ਜਿਹੜੀ ਘਾਤ ਹੈ, ਉਹਦੀ ਪਾਵਰ ਹੈ ਜਿਹੜੀ ਅਸੀਂ 3 ਕਰਕੇ ਉਹਨੂੰ ਸੋਲਵ ਕਰਨਾ ਹੈ। ਸੋਲਵ ਕਰਨ ਤੋਂ ਬਾਅਦ ਉਹਨੂੰ ਅਸੀਂ 9m+1 ਜਾਂ 9m+8 ਦੇ ਰੂਪ ਦੇ ਵਿੱਚ ਆਪਾਂ ਇਹਨੂੰ ਸਿੱਧ ਕਰਾਂਗੇ। ਔਰ ਅਗਰ ਤੁਸੀਂ ਉੱਪਰ ਵਾਲੇ ਦੋ ਕੁਐਸਚਨ ਬਹੁਤ ਚੰਗੀ ਤਰ੍ਹਾਂ ਸਮਝੇ ਨੇ, ਉਹਦੀ ਬਹੁਤ ਅੱਛੀ ਤਰ੍ਹਾਂ ਚੰਗੀ ਤਰ੍ਹਾਂ ਪ੍ਰੈਕਟਿਸ ਕਰ ਲਓਗੇ, तो ये जो 5वां क्वेश्चन है उन्होंने भी तुसी अगर कोशिश करोगे तो हल कर पाओगे। ठीक है जी। तो इस तो बाद आप अगले लैसन के नाल कल मिलांगे। उदों तक सत श्री अकाल, रब रखा।